ਜਿੱਥੇ ਬਰਫਾਂ ਹੀ ਬਰਫਾਂ ਪਈਆਂ ਹਨ ਉੱਥੇ ਨਾ ਸਰੋਂ ਫੁੱਲਣੀ ਹੈ, ਨਾ ਤੋਰੀਆ, ਨਾ ਸ਼ਗੁਫਾ ਖਿੜਨਾ ਹੈ, ਨਾ ਕਣਕਾਂ ਨਿਸਰਨੀਆਂ ਹਨ। ਕੀ ਪਤਾ ਏ ਕਿ ਬਸੰਤ ਨੇ ਪੈਰ ਪਾਏ ਹਨ ਕਿ ਅਜੇ ਸਿਆਲਾ ਹੀ ਪਾਸੇ ਭੰਨੀ ਜਾ ਰਿਹਾ ਹੈ। ਹੁਣ ਬਰਫ਼ ਨਹੀਂ ਪੈਂਦੀ, ਇਹ ਰੁੱਤ ਫਿਰੀ ਦੀ ਨਿਸ਼ਾਨੀ ਏ। ਜੇ ਪੰਘਾਰੇ ਪੈ ਗਏ, ਹੇਠਾਂ ਕਣਕਾਂ ਦੇ ਪੰਘਾਰੇ ਦਿਸ ਪੈਣਗੇ। ਕੋਈ ਸੇਊ ਆਦਿਕ ਬੂਟੇ ਵੀ ਸ਼ਗੁਫੇ ਛੱਡ ਦੇਣਗੇ। ਪਰ ਇਹ ਵੀ ਨੀਵੀਆਂ ਪਹਾੜਾਂ ਦੀਆਂ ਵਾਦੀਆਂ ਵਿੱਚ, ਉੱਚੇ ਪਹਾੜਾਂ ਦੀ ਤਾਂ ਗਤੀ ਹੀ ਹੋਰ ਹੈ। ਉੱਚੇ ਪਹਾੜਾਂ ਦੀਆਂ ਵਾਦੀਆਂ ਵਿੱਚ ਭਰ ਹੋਣ ਵਾਲੇ ਜਾਂ ਬਰਸਾਤੇ ਹੀ ਪਰ ਖਰੀ ਰੁੱਤ ਹੁੰਦੀ ਏ। ਹਾੜ, ਸਾਵਣ ਤੇ ਭਾਦਰੋਂ ਹੀ ਉਚਾਈ ਥਾਈ ਜਾ ਸਕੀਦਾ ਹੈ। ਇਹ ਸਮਝੋ ਉੱਥੋਂ ਦੀ ਬਸੰਤ ਹੈ। ਸਪਤ ਸਰਿੰਗ ਦੀ ਬਰਫਾਨੀ ਧਰਤੀ ਸਾਵੀਂ ਸਾਵੀਂ ਹੋ ਗਈ ਹੈ। ਅਨੰਤ ਤਰ੍ਹਾਂ ਦੇ ਰੰਗਾਂ ਦੇ ਫੁੱਲ ਖਿੜ ਰਹੇ ਹਨ। ਅੱਜ ਧੁੱਪ ਖੂਬ ਚਮਕਦੀ ਹੈ, ਸਰਦੀ ਘਟੀ ਹੈ। ਸਾਰੇ ਸੱਜਣ ਉਸ ਤਪੋ ਭੂਮੀ 'ਤੇ ਫੇਰ ਇਕੱਠੇ ਹੋਏ। ਫੇਰ ਗੱਲਬਾਤ ਛਿੜੀ। ਇੱਕ ਤਪੀ ਜੀ ਬੋਲੇ, ਹੇ ਸ਼੍ਰੋਮਣੀ ਜੀ, ਉਸ ਦਿਨ ਦੀ ਗੱਲਬਾਤ ਮਗਰੋਂ ਮੇਰਾ ਦਿਲ ਬਹੁਤ ਸੋਚ ਵਿਚਾਰ ਕਰ ਰਿਹਾ ਹੈ। ਰਾਤੀ ਇੱਕ ਸੁਪਨ ਨਹੀਂ, ਇੱਕ ਹੋਰ ਤਰ੍ਹਾਂ ਦਾ ਝਲਕਾ ਵੱਜਾ। ਮੈਨੂੰ ਬੁੱਧ ਜੀ ਮਹਾਰਾਜ ਦੇ ਦਰਸ਼ਨ ਹੋਏ। ਆਖਣ ਲੱਗੇ, ਤੁਸੀਂ ਬਖਸ਼ੇ ਤਪੀ ਜੀ ਨੂੰ ਰੋਕ ਨਾ ਪਾਓ। ਉਹ ਕੁਝ ਬੜੇ ਉੱਚੀ ਅਸਲੇ ਦੇ ਲੋਕ ਹਨ ਔਰ ਉਹਨਾਂ ਨੇ ਜਾ ਕੇ ਇੱਕ ਬੜਾ ਭਾਰੀ ਲੋੜੀਂਦਾ ਕੰਮ ਕਰਨਾ ਹੈ। ਐਸੇ ਕੰਮ ਤ੍ਰਿਸ਼ਨਾ ਵਾਸ਼ਨਾ ਫੁਰਨਿਆਂ ਦੇ ਨਹੀਂ ਹੁੰਦੇ। ਇਹ ਕਾਰਜ ਜਗਤ ਪ੍ਰਬੰਧ ਦੇ ਮਹਾਕਾਰਜ ਹਨ ਜੋ ਜਗਤ ਦੇ ਕੇਂਦਰ ਤੋਂ, ਗਿਆਨ ਦੇ ਧੁਰੇ ਤੋਂ ਬ੍ਰਹਿਮੰਡ ਦੇ ਪ੍ਰਯੋਜਨਾ ਲਈ ਹੁੰਦੇ ਹਨ। ਉਹਨਾਂ ਦਾ ਅੰਤ ਔਰ ਫਲ ਨਵਿਰਤੀ ਮੂਲਕ ਹੀ ਹੁੰਦਾ ਹੈ। ਫਿਰ ਆਖਣ ਲੱਗੇ, ਅਸੀਂ ਵੀ ਜਗਤ ਵਿੱਚ ਗਏ ਸਾਂ। ਇਨਸਾਨੀਅਤ ਦਾ ਆਦਰਸ਼ ਅਸੀਂ ਵੀ ਕਾਇਮ ਕੀਤਾ। ਆਪ ਨਮੂਨਾ ਬਣੇ ਤੇ ਹੋਰ ਬਣਾਏ ਤੇ ਇਹ ਨਮੂਨਾ ਤੋਰ ਵੀ ਦਿੱਤਾ। ਇਸ ਨਮੂਨੇ ਵਿੱਚ ਇੱਕ ਤਾਂ ਚੇਤਨ ਕੇਂਦਰ ਨਾਲ ਸੁਰਤ ਦੀ ਚੋਭ ਨਹੀਂ ਸੀ, ਦੂਜੇ ਜਗਤ ਵਰਤਾਰੇ ਵਿੱਚ ਮਰਦਾਉਪਣੇ ਦੀ ਅੰਸ਼ ਘੱਟ ਸੀ। ਇਸ ਕਰਕੇ ਸਹਿਜੇ ਸਹਿਜੇ ਕਮਜ਼ੋਰੀ ਤੇ ਗਿਰਾਉ ਇਹਦੇ ਨਾਲ ਰਲ ਮਿਲ ਗਏ। ਬਸ ਫਿਰ ਰਸਮਾਂ ਰੀਤਾਂ ਦਿਖਾਵੇ ਆ ਗਏ। ਹਿੰਦ ਵਿੱਚੋਂ ਇਹ ਮਤ ਦੂਰ ਹੀ ਹੋ ਗਿਆ। ਹੋਰਨੀ ਥਾਈਂ ਕੋਮਲ ਉਨਰ ਔਰ ਉੱਥੋਂ ਦੇ ਪਹਿਲੇ ਮਰਦਊ ਆਦਰਸ਼ਾਂ ਨਾਲ ਰਲ ਮਿਲ ਕੇ ਸਾਡਾ ਮਤ ਹੁਣ ਤੱਕ ਥੋੜ੍ਹਾ ਬਹੁਤ ਚੱਲਦਾ ਰਿਹਾ ਹੈ। ਹੁਣ ਅਨੰਤ ਵਿੱਚੋਂ ਇਹਨਾਂ ਪ੍ਰਤੀ ਜਾਣੇ ਦਾ ਹੁਕਮ ਹੋ ਰਿਹਾ ਹੈ। ਸੋ ਹੇ ਜੀਓ, ਆਪ ਜ਼ਰੂਰ ਜਾਓ। ਬੁੱਧ ਜੀ ਆਖਦੇ ਸਨ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਹੇਠਾਂ ਗੁਰੂ ਜੋਤ ਜਗਤ ਵਿੱਚ ਜਾ ਕੇ ਆਦਰਸ਼ ਕਾਇਮ ਕਰ ਰਹੀ ਹੈ। ਤ੍ਰਿਸ਼ਨਾ ਤੋਂ ਰਹਿਤ ਮਰਦਉ ਪੁਣੇ ਵਿੱਚ ਰਹਿ ਕੇ ਇਨਸਾਨੀਅਤ ਦੇ ਨਮੂਨੇ ਦਾ ਮਰਦ ਬਣ ਰਿਹਾ ਹੈ ਤੇ ਵੱਧ ਫੈਲ ਰਿਹਾ ਹੈ। ਪਰੰਤੂ ਜਰਵਾਣੇ ਲੋਕ ਇਸ ਨਮੂਨੇ ਨੂੰ ਨਿਰਮੂਲ ਕਰਨ ਲੱਗੇ ਹਨ। ਕਿਉਂ ਜੋ ਉਹਨਾਂ ਜ਼ਾਲਮਾਂ ਦਾ ਆਪਣਾ ਨਮੂਨਾ ਧੱਕੇ ਦਾ ਹੈ, ਇਨਸਾਨੀਅਤ ਨੂੰ ਭੈ ਹੇਠਾਂ ਦਬਾ ਕੇ ਕੁਚਲਦਾ ਹੈ। ਦੂਜੇ ਪਾਸੇ ਜੋ ਨਵਾਂ ਨਮੂਨਾ ਰੂਪਧਾਰੀ ਹੋਇਆ ਹੈ, ਉਹਦੇ ਮਾਰੇ ਜਾਣ ਦਾ ਡਰ ਹੈ। ਉਸ ਵਿੱਚ ਨਿਰਭੈਤਾ ਤਾਂ ਹੈ, ਕੁਝ ਪਾਣ ਮਰਦਊ ਦੀ ਹੋਰ ਚਾੜਨੀ ਹੈ। ਇਸ ਲਈ ਬਖਸ਼ੇ ਤਪੀ ਜੀ ਉੱਥੇ ਹੁਣ ਜਾਣਗੇ ਤਾਂ ਉਸ ਨਮੂਨੇ ਦੀ ਰੱਖਿਆ ਕਰਨਗੇ ਤੇ ਉਹਦੇ ਵਿੱਚ ਜੋ ਹੁਣ ਲੋੜ ਹੈ ਵਧਵੇਂ ਮਰਦਊ ਪੁਣੇ ਦੀ ਤੇ ਸਵੈ ਰੱਖਿਆ ਦੀ, ਸੋ ਵਧਾਉਣਗੇ। ਜੋਗਰਾਜ ਜੀ, ਸੱਚ ਕਿਹਾ ਜੀ, ਮੈਨੂੰ ਵੀ ਸਮਾਧੀ ਵਿੱਚ ਪ੍ਰਕਾਸ਼ ਹੋਇਆ। ਪਹਿਲਾਂ ਗੋਰਖਨਾਥ ਜੀ ਦੇ ਦਰਸ਼ਨ ਹੋਏ। ਕਹਿਣ ਲੱਗੇ, ਯੋਗ ਦਾ ਆਦਰਸ਼ ਲੋਪ ਹੋ ਗਿਆ ਹੈ। ਜੋ ਕੁਝ ਪਤੰਜਲ ਜੀ ਨੇ ਆਦਰਸ਼ ਬੱਧਾ, ਉਹਦੇ ਨਮੂਨੇ ਦਾ ਆਦਮੀ ਵੀ ਨਹੀਂ ਮਿਲਦਾ। ਜੋਗੀ ਰਾਜ, ਪੱਤਰੇ ਲੈ ਕੇ ਵਿਚਾਰ ਕਰਨੀ, ਬਸ ਇੰਨਾ ਕੁਝ ਬਾਕੀ ਹੈ। ਉਹ ਆਦਰਸ਼ ਜਿਹਦਾ ਨਮੂਨਾ ਨਾ ਮਿਲੇ, ਆਪਣੇ ਸ਼ਸਤਰ ਦੇ ਪ੍ਰਯੋਜਨ ਸਮੇਤ ਲੋਪ ਸਮਝੋ। ਨਿਰਾ ਹੱਠ ਯੋਗ ਵੀ ਹੁਣ ਘਟ ਗਿਆ ਏ, ਜੇ ਹੈ ਤਾਂ ਨਾਟਕਾਂ ਝੇਟਕਾਂ ਲਈ ਰਹਿ ਗਿਆ ਏ। ਜਗਤ ਚਾਲ ਵੀ ਹੋਰਵੇਂ ਹੋ ਰਹੀ ਹੈ। ਇਸ ਲਈ ਕਿਸੇ ਭਾਰੇ ਨਮੂਨੇ ਦੀ ਲੋੜ ਹੈ ਔਰ ਉਹ ਮਰਦ ਦਾ ਨਮੂਨਾ ਪੁਰਖ ਵਿਸ਼ੇਸ਼ ਜੀ ਦੀ ਮਰਜ਼ੀ ਹੈ ਕਿ ਬਖਸ਼ੇ ਤਪਸਵੀ ਜੀ ਜਾ ਕੇ ਬਚਾ ਲੈਣ ਜੋ ਗੁਰੂ ਨਾਨਕ ਦੇਵ ਜੀ ਨੇ ਕਾਇਮ ਕੀਤਾ ਹੈ। ਮੇਰੀ ਸੰਪਰਤਾ ਦੇ ਸਾਧ ਉਹਨਾਂ ਨਾਲ ਝਗੜੇ ਹਨ, ਪਰ ਗੁਰੂ ਨਾਨਕ ਨੇ ਸਭ ਪਰ ਫਤਿਹ ਪਾ ਕੇ ਸੱਚੇ ਮਰਦ ਦਾ ਨਮੂਨਾ ਕਾਇਮ ਕਰਕੇ ਦਿਖਾ ਦਿੱਤਾ ਹੈ ਔਰ 8 ਮਹਾਂਪੁਰਖ ਇਹੋ ਕੰਮ ਕਰ ਚੁੱਕੇ ਹਨ। ਹੁਣ 9ਵੀਂ ਜੋਤ ਇਲਾਹੀ ਕੰਮ ਕਰ ਰਹੀ ਹੈ। ਹਰ ਜੋਤ ਨੇ ਅੱਡ-ਅੱਡ ਹਾਲਾਤਾਂ ਤੇ ਮੁਸ਼ਕਲਾਂ ਵਿੱਚ ਉਸ ਨਮੂਨੇ ਦੀ ਕਾਇਮੀ ਮੁਮਕਿਨ ਸੰਭਵ ਕਰਕੇ ਦੱਸੀ ਹੈ ਔਰ ਅੱਜ ਕੱਲ੍ਹ 9ਵੀਂ ਜੋਤ ਅਤ ਮੁਸ਼ਕਲਾਂ ਵਿੱਚ ਕੰਮ ਕਰ ਰਹੀ ਹੈ ਤੇ 10ਵੇਂ ਹੁਣ ਇਹ ਮਹਾਬਲੀ ਉਹ ਰੂਪ, ਉਹ ਜੋਤ ਹੋ ਕੇ ਉਹ ਕੰਮ ਸਿਰੇ ਚਾੜਨ ਜਾਣਗੇ। ਫਿਰ ਮੈਂ ਪਤੰਜਲ ਤੇ ਕਪਲ ਮੁਨੀ ਜੀ ਦੇ ਦਰਸ਼ਨ ਪਾਏ। ਉਹ ਵੀ ਇਹੋ ਜਿਹੇ ਵਾਕ ਬੋਲਦੇ ਰਹੇ। ਸੰਨਿਆਸ ਹਾਲ ਮੁਨੀ ਜੀ, ਅਚਰਜ ਹੈ ਸੱਜਣੋ, ਮੈਨੂੰ ਵੀ ਦਰਸ਼ਨ ਹੋਏ ਔਰ ਉਹ ਦਰਸ਼ਨ ਸ਼ਿਵਜੀ ਜੀ ਦੇ ਸਨ। ਆਖਣ ਲੱਗੇ, ਨਾ ਰੋਕੋ ਦੁਸ਼ਟ ਦਮਨ ਜੀ ਨੂੰ, ਉਹ ਹੁਕਮ ਵਿੱਚ ਮਹਾਨ ਕਾਰਜ ਕਰਨ ਚੱਲੇ ਹਨ। ਨਿਰਾ ਵੇਦਾਂਤ ਸੰਨਿਆਸ ਵਿੱਚ ਲੈ ਗਿਆ ਹੈ। ਪ੍ਰਜਾ ਮਹਾਂਪੁਰਖਾਂ ਤੋਂ ਖਾਲੀ ਹੋ ਕੇ ਦੁੱਖ ਪਾ ਰਹੀ ਹੈ। ਲੋੜ ਹੈ ਨਵੇਂ ਆਦਰਸ਼ਕ ਇਨਸਾਨ ਦੀ ਜੋ ਆਪ ਸਿਰੇ ਚਾੜਨਗੇ।
ਫਿਰ ਵਿਸ਼ਨ ਦਾਸ ਜੀ ਬੋਲੇ, ਮੈਨੂੰ ਵੀ ਅੱਜ ਦਰਸ਼ਨ ਮਿਲੇ ਤੇ ਉਹ ਦਰਸ਼ਨ ਕ੍ਰਿਸ਼ਨ ਦੇਵ ਜੀ ਦੇ ਸਨ। ਆਖਣ ਲੱਗੇ, ਤੁਸੀਂ ਕਲਿਆਣ ਅਰਥ ਤਪ ਕਰ ਰਹੇ ਹੋ, ਪਰੰਤੂ ਜਗਤ ਪ੍ਰਬੰਧ ਦੀ ਸੋਝੀ ਸੰਪੂਰਨ ਹੋ ਚੁੱਕੇ ਪਰਮ ਪਦ ਆਪਣੇ ਲੋਕਾਂ ਨੂੰ ਹੁੰਦੀ ਹੈ। ਆਪਣੇ ਆਪਣੇ ਵਕਤ ਜਗਤ ਵਿੱਚ ਉੱਪਰੋਂ ਮਹਾਂਪੁਰਖ ਜਾ ਕੇ ਕੰਮ ਕਰਦੇ ਹਨ, ਪਰ ਕੋਈ ਨਾ ਕੋਈ ਗੱਲ ਉਸ ਮਰਦ ਦੇ ਨਮੂਨੇ ਵਿੱਚ ਕਸਰ ਦੇ ਪੈ ਕੇ ਗਿਰਾਓ ਕਰ ਦਿੰਦੀ ਹੈ। ਪਰ ਜੋਜਨ ਅਮਰੀ ਇਹ ਹੈ ਕਿ ਹਰ ਸ਼ੈ ਖਿੜੇ ਆਪਣੇ ਕਮਾਲ ਨੂੰ ਆਪਣੇ। ਇਨਸਾਨ ਇਸ ਵੇਲੇ ਜਗਤ ਵਿੱਚ ਆਪਣੇ ਕਮਾਲ 'ਤੇ ਨਹੀਂ ਹੈ। ਵੇਖੋ, ਇੱਕ ਕੁਦਰਤੀ ਗੁਲਾਬ ਦਾ ਬੂਟਾ ਜਦ ਖੇੜੇ ਵਿੱਚ ਹੈ ਤਾਂ ਇਹ ਉਹਦੇ ਕਮਾਲ ਦੀ ਦਸ਼ਾ ਹੈ, ਪਰ ਆਦਮੀ ਜਾਂ ਤਾਂ ਮਾਰ ਖਾ ਰਿਹਾ ਹੈ ਜਾਂ ਮਾਰ ਦੇ ਰਿਹਾ ਹੈ। ਅਗੰਮੀ ਖੇੜੇ ਵਿੱਚ ਲਹਿਲਹਾਉਂਦਾ ਆਪਣੇ ਇਨਸਾਨੀ ਕਮਾਲ ਵਿੱਚ ਝੂਮਦਾ ਇਨਸਾਨ ਨਹੀਂ ਦਿਸਦਾ। ਅਸਾਂ ਇਸ ਕਰਕੇ ਗੀਤਾ ਵਿੱਚ ਸਾਖ, ਗਿਆਨ ਤੇ ਯੋਗ ਦੇ ਝੇੜੇ ਮੇਟ ਕੇ ਇੱਕ ਨੁਕਤੇ 'ਤੇ ਜੋਗੀ ਦਾ ਆਦਰਸ਼ ਕਾਇਮ ਕੀਤਾ ਸੀ। ਅਰਜਨ ਨੂੰ ਨਮੂਨਾ ਬਣਾਇਆ। ਉਹਨੇ ਸਭ ਕੁਝ ਸਮਝਿਆ, ਪਰ ਮਰਦੋ ਪੁਣੇ ਦੇ ਆਦਰਸ਼ਕ ਹਿੱਸੇ 'ਤੇ ਆ ਕੇ ਉਹ ਫਿਰ ਉਦਾਸੀ ਵਿੱਚ ਪੈ ਜਾਵੇ। ਤ੍ਰਿਸ਼ਨਾ ਰਹਿਤ ਮਰਦਊ ਤੇ ਇਨਸਾਨੀਅਤ ਦੇ ਆਦਰਸ਼ ਉੱਤੇ ਹੁਲਾਰਾ ਨਾ ਖਾਵੇ। ਅਖੀਰ ਅਸੀਂ ਖੱਤਰੀ ਧਰਮ ਦਾ ਉਛਾਲਾ ਦਿੱਤਾ ਤਾਂ ਚਮਕ ਉੱਠਿਆ, ਪਰ ਇਸ ਖੱਤਰੀ ਧਰਮ ਦੇ ਸੰਕਲਪ ਵਿੱਚ ਹਉਂ ਦੀ ਕਸਰ ਸੀ। ਇਹਦੇ ਨਾਲ ਉਹਦਾ ਗਿਰਾਓ, ਜਿਸ ਨੂੰ ਉਹ ਧਰਮ ਸਮਝ ਰਿਹਾ ਸੀ, ਹਟ ਗਿਆ। ਪਰ ਹਉਂ ਦੀ ਅੰਸ਼ ਹਉਂ ਹੀ ਰਹੀ। ਹਉਂ ਨਾ ਹੋਵੇ ਫਿਰ ਮਰਦਓ ਹੋਵੇ, ਮਰਦਓ ਹੋਵੇ ਫਿਰ ਇਨਸਾਨੀਅਤ ਹੋਵੇ। ਇਹ ਕਮਾਲ ਦਾ ਕਮਾਲ ਤੇ ਇਹਦਾ ਨਮੂਨਾ, ਅਸਲੀ ਜੀਵਨ ਦਾ ਨਮੂਨਾ, ਚੜ੍ਹਦੀ ਕਲਾ ਦਾ ਆਦਰਸ਼ ਇਹ ਬਖਸ਼ੇ ਤਪਸਵੀ ਜੀ ਕਾਇਮ ਕਰਨ ਚੱਲੇ ਹਨ। ਇਹਨਾਂ ਨੂੰ ਰੋਕੋ ਨਹੀਂ। ਇਹ ਮਹਾਨ ਮਾਇਆ ਰਹਿਤ, ਹਉ ਅਤੀਤ, ਤ੍ਰਿਸ਼ਨਾ ਰਹਿਤ ਕਾਰਜ ਪਰ ਜਾ ਰਹੇ ਹਨ। ਸਾਥੋਂ ਰਹੀ ਥੋੜ ਪੂਰਨਗੇ। ਅਹਲਿਆ ਯਾਰ ਤਪੀ ਜੀ, ਜੋ ਥੋੜੇ ਚਿਰ ਤੋਂ ਆਏ, ਵੱਖਰੇ ਇੱਕ ਟਿਕਾਣੇ ਤਪ ਕਰ ਰਹੇ ਸਨ, ਆ ਗਏ ਤੇ ਬੋਲੇ, ਸੱਜਣੋ, ਮੇਰੀ ਵੀ ਇੱਕ ਬੇਨਤੀ ਹੈ। ਰਾਤ ਮੈਨੂੰ ਅਰਸ਼ ਤੋਂ ਇੱਕ ਰੋਇਆ ਉਤਰਿਆ ਹੈ। ਮੈਂ ਮੁਹੰਮਦ ਸਾਹਿਬ ਨੂੰ ਡਿੱਠਾ। ਆਪ ਆਖਣ ਲੱਗੇ, ਤੁਸੀਂ ਸਾਰੇ ਅੱਲਾ ਦੀਆਂ ਹਿਕਮਤਾਂ ਵਿੱਚ ਦਖਲ ਦੇ ਰਹੇ ਹੋ। ਬਖਸ਼ੇ ਤਪਸਵੀ ਜੀ, ਤੁਸਾਂ ਵਾਂਗ ਇਨਸਾਨ ਤਪਸਵੀ ਨਹੀਂ ਹਨ। ਉਹ ਕਾਇਨਾਤ ਵਿੱਚ ਸਭ ਤੋਂ ਉੱਚੇ ਦਰਜੇ ਦੇ ਹਨ। ਉਹਨਾਂ ਦਾ ਤਪ ਕਰਨਾ ਕੋਈ ਰਮਜ਼ ਇਲਾਹੀ ਹੈ। ਹੁਣ ਜੋ ਉਹਨਾਂ ਨੂੰ ਹੁਕਮ ਹੋਇਆ ਹੈ, ਉਹ ਉਹਨਾਂ ਦੀ ਖੁਆਇਸ਼ ਨਹੀਂ, ਉਹ ਹੁਕਮ ਹੈ ਅਜਲ ਦਾ, ਰਾਜ ਹੈ ਅਜਲ ਦਾ। ਉਹਨਾਂ ਨੇ ਜਾ ਕੇ ਉਪਕਾਰ ਕਰਨਾ ਹੈ। ਅਸਾਂ ਨੇ ਮਜ਼ਹਬ ਵਿੱਚ ਵਹਿਮ ਵੇਖ ਕੇ, ਪੱਥਰਾਂ ਵਿੱਚ ਲੋਕਾਂ ਦਾ ਝੁਕਾਓ ਵੇਖ ਕੇ ਮਰਦਓ ਸਿਖਾਇਆ। ਉਹ ਪਾਣ ਵੱਧ ਚੜ੍ਹ ਗਈ। ਮਰਦਓ ਵਿੱਚ ਇਨਸਾਨੀਅਤ ਘਟ ਗਈ। ਤੈਮੂਰ ਤੇ ਮੁਹੰਮਦ ਵਰਗੇ ਸਫਾਕ ਪੈਦਾ ਹੋ ਗਏ, ਜੋ ਆਦਰਸ਼ ਤੋਂ ਇਤਨੇ ਦੂਰ ਸਨ ਕਿ ਜਿਤਨੇ ਕਿ ਕਾਇਰ ਦੂਰ ਹਨ। ਭੈ ਨਾ ਖਾਣਾ ਤੇ ਨਾ ਦੇਣਾ, ਇਹ ਹੈ ਕਮਾਲ। ਜਗਤ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਹ ਭੈ ਨਾ ਦੇਣ ਤੇ ਨਾ ਖਾਣ ਦਾ ਆਦਰਸ਼ ਬੰਨ੍ਹ ਦਿੱਤਾ ਹੈ। ਆਪ ਉਹਨਾਂ ਨੇ ਬਾਬਰ ਜੈਸੇ ਜਾਬਰ ਦਾ ਭੈ ਨਹੀਂ ਖਾਧਾ। ਅਰਬ, ਈਰਾਨ, ਰੂਮ ਵਿੱਚ ਜਾ ਕੇ ਉਲਮਾਵਾਂ ਤੇ ਜ਼ੋਰਦਾਰ ਫਕੀਰਾਂ ਨਾਲ ਨਿਰਭੈ ਬਹਿਸਾਂ ਕਰਕੇ ਫਤਿਹ ਪਾਈ ਹੈ ਤੇ ਅੱਗੋਂ ਪਿਆਰ ਨਾਲ ਰਸਤੇ ਲਾਇਆ ਹੈ। ਭੈ ਨਹੀਂ ਦਿੱਤਾ। ਹੁਣ ਅਫਸੋਸ ਹੈ ਕਿ ਉਸ ਖੂਬਸੂਰਤ ਨਮੂਨੇ ਦੇ ਆਦਮੀਆਂ ਨੂੰ ਔਰੰਗਜ਼ੇਬ ਤਬਾਹ ਕਰਨਾ ਚਾਹੁੰਦਾ ਹੈ। ਜੋ ਅਸਰ ਉਹਦੇ ਤੰਗ ਦਿਲੀ ਤੋਂ ਸ੍ਰਿਸ਼ਟੀ ਪਰ ਪੈ ਰਿਹਾ ਹੈ, ਉਹ ਗਿਰਾਓ ਦਾ ਹੈ। ਸਾਡੇ ਵੀ ਉਹ ਪਸੰਦ ਨਹੀਂ। ਇਸ ਲਈ ਜ਼ਰੂਰੀ ਹੈ ਕਿ ਤ੍ਰਿਸ਼ਨਾ ਰਹਿਤ ਮਰਦਓ ਤੇ ਇਨਸਾਨੀਅਤ ਦਾ ਨਮੂਨਾ ਜਗਤ ਵਿੱਚ ਤੁਰੇ। ਸੋ ਉਸ ਕੰਮਪੁਰ ਦਾਤਾ ਜੀ ਜਾ ਰਹੇ ਹਨ, ਅੱਲਾ ਦੇ ਹੁਕਮ ਵਿੱਚ ਜਾ ਰਹੇ ਹਨ। ਉਹਨਾਂ ਨੂੰ ਰੋਕ ਨਾ ਪਾਓ। ਫਿਰ ਮੈਂ ਇੱਕ ਹੋਰ ਪੈਗੰਬਰ ਵੇਖੇ। ਉਹ ਸਨ ਜੋ ਸੂਲੀ ਚੜ੍ਹੇ ਸਨ। ਆਖਣ ਲੱਗੇ, ਮੈਂ ਦੁਨੀਆ ਵਿੱਚ ਇਨਸਾਨੀਅਤ ਸਿਖਾਈ ਤੇ ਕਾਇਮ ਕੀਤੀ ਤੇ ਮੱਤ ਦਿੱਤੀ ਕਿ ਤਲਵਾਰ ਨਾ ਚਲਾਓ। ਜੋ ਤਲਵਾਰ ਨਾਲ ਵਾਰ ਕਰੇਗਾ ਸੋ ਤਲਵਾਰ ਨਾਲ ਮਾਰਿਆ ਜਾਏਗਾ। ਪਰ ਇਸ ਦੁਨੀਆ ਦੀ ਹਾਲਾਤ ਐਸੀ ਹੈ ਕਿ ਜਦ ਮੇਰੇ ਉੱਤੇ ਹੀ ਆ ਬਣੀ ਤੇ ਮੈਨੂੰ ਵੀ ਆਖਣਾ ਪਿਆ ਕਿ ਤਲਵਾਰ ਖਰੀਦ ਲਿਆਓ। ਮੁਰਾਦ ਮਰਦਊ ਪੁਣੇ ਤੋਂ ਸੀ। ਇਹ ਕਸਰ ਹੈ ਜੋ ਮਰਦਊ ਪੁਣੇ ਤੋਂ ਖਾਲੀ ਇਨਸਾਨੀਅਤ ਵਿੱਚ ਰਹਿ ਜਾਂਦੀ ਹੈ।
ਮਰਦੋ ਬਿਨਾ ਆਦਰਸ਼ ਸਿਰੇ ਨਹੀਂ ਚੜ੍ਹਦਾ, ਪਰ ਉਹ ਤ੍ਰਿਸ਼ਨਾ ਰਹਿਤ ਲੋੜੀਏ, ਨਹੀਂ ਤਾਂ ਮਰਦੋ ਜ਼ੁਲਮ ਵਿੱਚ ਬਦਲ ਜਾਂਦਾ ਹੈ। ਸ਼ੇਰ ਜੇ ਕਿਸੇ ਵਿਧਵਾ ਦੇ ਬੱਚੇ ਨੂੰ ਪਾੜ ਖਾਣ ਲੱਗਾ ਹੈ, ਤੁਸੀਂ ਬੱਚੇ 'ਤੇ ਦਇਆ ਕਰਕੇ ਸ਼ੇਰ ਨੂੰ ਰੋਕਦੇ ਹੋ। ਜੇ ਉਹ ਨਹੀਂ ਟਲਦਾ ਤਾਂ ਉਸ ਨੂੰ ਤਲਵਾਰ ਨਾਲ ਰੋਕਦੇ ਹੋ ਤੇ ਬੱਚੇ ਦੀ ਜਾਨ ਬਚਾ ਲੈਂਦੇ ਹੋ। ਤਾਂ ਇਹ ਮਰਦੋ, ਤ੍ਰਿਸ਼ਨਾ ਰਹਿਤ ਮਰਦੋ ਹੈ। ਜੇ ਇਹ ਨਾ ਹੁੰਦਾ ਤਾਂ ਤੁਸੀਂ ਕਾਇਰ ਸਮਝੇ ਜਾਂਦੇ। ਤਲਵਾਰ ਜ਼ੁਲਮ ਦੀ ਢਾਲ ਬਣੇ, ਜ਼ਾਲਮ ਕਦੇ ਨਾ ਬਣੇ। ਪ੍ਰਯੋਜਨ ਇਹ ਹੈ ਕਿ ਜਗਤ ਵਿੱਚ ਪ੍ਰੇਮ ਰਾਜ ਕਾਇਮ ਹੋਵੇ, ਜ਼ੋਰ ਜ਼ੁਲਮ ਦੂਰ ਹੋਵੇ। ਫਿਰ ਆਪ ਆਖਣ ਲੱਗੇ ਕਿ ਇਹਨਾਂ ਬਖਸ਼ੇ ਤਪਸਵੀ ਜੀ ਨੂੰ ਨਾ ਰੋਕੋ। ਜਾਣ ਦਿਓ, ਇਹ ਰੱਬੀ ਹੁਕਮ ਵਿੱਚ ਜਾ ਰਹੇ ਹਨ। ਇਹ ਹੁਕਮ ਦੇ ਸਭ ਤੋਂ ਵੱਡੇ ਬਜਾ ਲਿਆਉਣ ਵਾਲੇ ਹਨ। ਸੋਨ ਮੁਨੀ ਜੀ, ਬਈ ਖਫਾ ਨਾ ਹੋਣਾ, ਮੈਨੂੰ ਆਪਣੇ ਦੇਵਪੁਰ ਦਾ ਭਰੋਸਾ ਹੈ, ਪਰ ਮੇਰੇ ਖਿਆਲ ਵਿੱਚ ਅੰਤ ਸੁੰਨ ਹੈ। ਮੈਨੂੰ ਅੱਜ ਆਪਣੇ ਅਵਧੂਤ ਮੁਨੀ ਜੀ ਦੇ ਦਰਸ਼ਨ ਹੋਏ। ਮੈਂ ਕਿਹਾ, ਸਾਡੇ ਬਖਸ਼ੇ ਤਪਸਵੀ ਜੀ ਨੂੰ ਕੀ ਹੋ ਗਿਆ ਏ? ਉਹ ਬੋਲੇ, ਜੋ ਹੋਇਆ ਚੰਗਾ ਹੀ ਹੋਇਆ ਹੈ। ਨਿਰੀ ਦਇਆ ਤੇ ਨਿਰੀ ਅਹਿੰਸਾ ਦੀ ਸੋਚ ਇੱਕ ਧੁਰੇ ਦੀ ਪੱਕੀ ਬਾਤ ਹੈ, ਪਰ ਇਹਦੇ ਨਾਲ ਆਦਮੀ ਹੋਰ ਹੀ ਤਰ੍ਹਾਂ ਦੇ ਹੋ ਗਏ ਹਨ। ਆਦਮੀ ਵਿੱਚ ਇੱਕ ਭਾਰਾ ਨੁਕਸ ਹੈ ਕਿ ਜਿਸ ਪਾਸੇ ਦੀ ਮੱਤ ਦਿਓ, ਬਸ ਉਸੇ ਪਾਸੇ ਸਾਰਾ ਹੀ ਝੁਕ ਜਾਂਦਾ ਹੈ। ਸਭ ਪਾਸੇ ਤੋਂ ਇੱਕੋ ਜਿਹਾ ਨਹੀਂ ਉੱਠਦਾ। ਸੋ ਜੋ ਆਦਰਸ਼ ਜਗਤ ਵਿੱਚ ਹੁਣ ਸੁਖਦਾਈ ਏ, ਉਹ ਇਹੋ ਹੈ ਜੋ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ, ਭੈ ਨਾ ਦਿਓ ਨਾ ਮੰਨੋ। ਹੁਣ ਉਸ ਆਦਰਸ਼ ਵਿੱਚ ਤ੍ਰਿਸ਼ਨਾ ਰਹਿ ਕੇ ਹਉ ਰਹਿਤ ਮਰਦੋ ਤੇ ਲੋੜ ਪਈ ਤੇ ਤਲਵਾਰ ਨੂੰ ਢਾਲ ਬਣਾ ਕੇ ਇਹਦੇ ਯੋਗ ਵਰਤਾਓ ਦਾ ਤਰੀਕਾ ਵੀ ਦੱਸਣਾ ਹੈ, ਤਾਂ ਕਿ ਮਰਦ ਚੜ੍ਹਦੀ ਕਲਾ ਦਾ ਮਰਦ ਹੋਵੇ, ਉਹ ਕਮਾਲ ਹੋਵੇ। ਭੈ, ਭਰਮ, ਵਹਿਮ, ਖਿਆਲੀ, ਧਰਮ, ਫਿਕਰਾਂ ਦੇ ਗੋਰਖ ਧੰਦੇ ਤੇ ਜਰਵਾਣਿਆਂ ਦੇ ਭੈ ਉਸ ਕਮਾਲ ਨੂੰ ਖਾ ਨਾ ਜਾਣ। ਨਿਰਭੈ ਮਜ਼ਬੂਤ ਖੇੜੇ ਵਾਲੀ ਧਰਤੀ 'ਤੇ ਤੁਰਦੀ ਤੇ ਅਰਸ਼ਾਂ ਨਾਲ ਗੱਲਾਂ ਕਰਦੀ, ਪਰ ਪੂਰਨ ਇਨਸਾਨੀਅਤ ਵਾਲੀ ਸਾਖੀ ਅਤੇ ਕਾਮਲ ਮਰਦ ਦੀ ਸ਼ਖਸੀਅਤ ਹੈ। ਇਸ ਅਰਸ਼ੀ ਮਰਦ ਨੇ ਇਹ ਨਮੂਨੇ ਦਾ ਮਰਦ ਬਣਾ ਕੇ ਦੱਸਣਾ ਹੈ ਤੇ ਹੋਰਨਾਂ ਨੂੰ ਬਣਾਉਣਾ ਹੈ। ਤੁਸਾਂ ਵੀ ਹੁਣ ਇੱਥੇ ਨਹੀਂ ਰਹਿਣਾ, ਇਹਨਾਂ ਦੇ ਨਾਲ ਜਾਣਾ ਹੈ ਅਰ ਤਾਬਿਆ ਕੰਮ ਕਰਨਾ ਹੈ। ਜੀਕੂ ਪਰਬਤਾਂ ਵਿੱਚ ਨਿਰਲੇਪ ਹੋ, ਇਸੇ ਤਰ੍ਹਾਂ ਖੰਡੇ ਖੜਕ ਦੇ ਵਿੱਚ ਉੱਚੇ ਤੇ ਅਲੇਪ ਰਹਿਣਾ ਹੈ। ਜਗਤ ਦੇ ਕੇਂਦਰ ਅਨੰਤ ਤੋਂ ਵਿਛੜਨਾ ਨਹੀਂ। ਕੇਂਦਰ ਹੈ, ਜ਼ਰੂਰ ਹੈ। ਕੇਂਦਰ ਸੁੰਨ ਨਹੀਂ, ਸੁੰਨ ਕੁਝ ਵੀ ਨਹੀਂ ਹੈ। ਕੇਂਦਰ ਹੈ, ਚੇਤਨ ਹੈ ਤੇ ਉਮਾ ਹੈ। ਬ੍ਰਹਮ ਲਿਖੀ ਜੀ ਕਹਿੰਦੇ, ਬਈ ਜਗਤ ਤਰੈ ਕਰ ਅਣ ਹੋਇਆ ਜਾਣ ਕੇ ਫੁਰਨੇ ਦੀ ਉਪਾਧੀ ਮਾਤਰ ਦੂਰ ਕਰਨ ਲਈ ਅਸੀਂ ਇੱਥੇ ਤਪ ਕੀਤੇ। ਨਾਮ ਰੂਪ ਨੂੰ ਦੂਰ ਕਰਕੇ ਪਿੱਛੇ ਰਹੀ ਇੱਕ ਯਥਾਰਥੀ ਉੱਤੇ ਟਿਕਣ ਲਈ ਤਰਲੇ ਲਏ। ਅੱਜ ਸਾਨੂੰ ਵੀ ਵਿਆਸ ਜੀ ਦੇ, ਫਿਰ ਹੰਸ ਜੀ ਦੇ ਦਰਸ਼ਨ ਮਿਲੇ, ਫਿਰ ਯਾਗਵਲਕ ਜੀ, ਵਸ਼ਿਸ਼ਟ ਜੀ, ਫਿਰ ਮਰਿਆਦਾ ਵਾਲੇ ਰਾਮ ਜੀ, ਫਿਰ ਰਸ ਅਗਿਆ ਕ੍ਰਿਸ਼ਨ ਜੀ ਮਿਲੇ, ਫਿਰ ਦੱਤਾਤਰੈ ਮੇਤਰੇ ਜੀ ਮਿਲੇ। ਗੱਲ ਕੀ ਅਨੰਤ ਦਰਸ਼ਨ ਹੋਏ। ਸਭਨਾਂ ਦੀ ਸਿੱਖਿਆ ਦਾ ਸਾਰ ਇਹੀ ਸੀ ਕਿ ਬਖਸ਼ੇ ਤਪਸਵੀ ਜੀ ਦੇ ਨਾਲ ਜਾਓ, ਰਣ ਤੱਤਿਆਂ ਵਿੱਚ ਤ੍ਰਿਸ਼ਨਾ ਰਹਿਤ ਰਹਿ ਕੇ ਦਿਖਾਓ ਕਿ ਜਗਤ 3 ਕਾਲ ਮਿਥਿਆ ਹੈ, ਕਦੇ ਬਣਿਆ ਨਹੀਂ। ਜੇ ਲੂੰ ਪੱਟੇ ਦੀ ਪੀੜ ਵਿਆਕੁਲ ਕਰੇ ਤਦ ਕਾਹਦਾ ਮਿਥਿਆ। ਮੁਨੀ ਯਾਵਗਲਕ ਤੇ ਮੰਨੂ ਤੇ ਵਿਆਸ ਜੀ ਨੇ ਮੈਨੂੰ ਕਿਹਾ ਕਿ ਇਸ ਬਖਸ਼ੇ ਤਪਸਵੀ ਜੀ ਦੇ ਤਪ ਨੂੰ ਵੇਖ ਕੇ ਨਹੀਂ ਭੁੱਲਣਾ ਕਿ ਜੀਵ ਹਨ। ਇਹ ਤੇ ਗੁਰੂ ਜੋਤ ਦੇ ਨਿਵਾਸ ਵਾਲਾ ਸਰੀਰ ਹੈ। ਪਰਮੇਸ਼ਰ ਨਿਰੰਕਾਰ ਹੈ, ਪਰ ਜਗਤ ਉਤਪਤੀ ਦੇ ਸੰਬੰਧ ਵਿੱਚ ਕਰਤਾਰ, ਪਾਲਣਹਾਰ ਤੇ ਸਿਖਾਵਣਹਾਰ ਗੁਰੂ ਹੈ। ਉਸ ਗੁਰੂ ਰੂਪਤਾ ਦਾ ਨਿਵਾਸ ਇਸ ਬਖਸ਼ੇ ਤਪੀ ਜੀ ਵਿੱਚ ਹੈ। ਇਹ ਉਸ ਗੁਰੂ ਜੋਤੀ ਦਾ ਅਵਤਾਰ ਹਨ, ਉਹਦਾ ਹੀ ਰੂਪ ਹਨ। ਇਹਨਾਂ ਨੇ ਜਗਤ ਵਿੱਚ ਚੜ੍ਹਦੀ ਕਲਾ ਦਾ ਨਮੂਨਾ ਕਾਇਮ ਕਰਨਾ ਹੈ, ਅਰਥਾਤ ਹਉਮੈ ਨਾ ਹੋਵੇ ਪਰ ਮੌਤ ਦਾ ਭੈ ਵੀ ਨਾ ਹੋਵੇ, ਮਰਦਉ ਹੋਵੇ ਪਰ ਤ੍ਰਿਸ਼ਨਾ ਰੱਤੀ ਭਰ ਨਾ ਹੋਵੇ। ਸੱਚ ਦੀ ਖਾਤਰ ਅਬੇ ਦੇ ਆਦਮੀ ਅਭਈ ਵਰਤੋਂ ਵਰਤ ਕੇ ਪ੍ਰਵਿਰਤੀ ਵਿੱਚ ਨਿਰਵਿਰਤੀ 'ਤੇ ਤੁਰਨਾ, ਨਾ ਭੈ ਦੇਣ ਨਾ ਭੈ ਖਾਣ, ਇਉਂ ਜਗਤ ਵਿੱਚ ਬੈਕੁੰਠ ਹੋ ਜਾਵੇ। ਐਸੇ ਬੰਦੇ ਫਿਰ ਜਗਤ ਵਿੱਚ ਖੇਦ ਪੈਦਾ ਨਹੀਂ ਕਰਨਗੇ। ਸੱਚ, ਨਿਰਾ ਸੱਚ ਬੋਲਣ ਮਾਤਰ ਨਹੀਂ, ਸਰਵਰਥਾ ਸੱਚ ਪਰ ਤੁਲਨਾ ਸੱਚ ਹੈ।
ਕਿਸੇ ਸ਼ੈ ਦਾ ਆਪਣੇ ਅਸਲੇ ਵਿੱਚ ਕਮਾਲ ਵਿੱਚ ਹੋਣਾ ਸੱਚ ਹੈ। ਹੋਰ ਦਾ ਹੋਰ ਨਾ ਹੋ ਜਾਣਾ ਸੱਚ ਹੈ। ਸੱਚ ਪਰ ਟਿਕਾਓ ਸੱਚ ਹੈ। ਭੈ ਦੇਣ ਵਾਲਾ ਸੱਚ ਨੂੰ ਰੋਕ ਪਾਉਂਦਾ ਹੈ। ਭੈ ਖਾਣ ਵਾਲਾ ਸੱਚ ਨੂੰ ਛੱਡ ਦਿੰਦਾ ਹੈ। ਨਮੂਨੇ ਦਾ ਮਰਦ ਉਹ ਹੈ ਜੋ ਨਾ ਭੈ ਖਾਵੇ ਨਾ ਦੇਵੇ। ਪਰੰਤੂ ਜਗਤ ਵਿੱਚ ਹੁਣ ਇਹ ਨਮੂਨਾ ਕਾਇਮ ਕਰਨਾ ਹੈ ਕਿ ਨਿਰਭੈ ਬੰਦਾ ਲੋੜ ਪਈ ਤੇ ਸ਼ਸਤਰ ਫੜ ਕੇ ਵੀ, ਮਰ ਕੇ ਤੇ ਮਾਰ ਕੇ ਵੀ ਅਬੇ ਪਦ ਤੇ ਖੜਾ ਰਹੇ। ਤੇ ਭੇਦ ਇਹ ਹੈ ਕਿ ਅੰਦਰ ਤ੍ਰਿਸ਼ਨਾ ਨਾ ਹੋਵੇ। ਸੱਚ ਨੂੰ ਸੱਚ ਨੂੰ ਅਬਦਲ ਰੱਖਣ ਲਈ ਜੀਓ ਅਬਦਲ। ਸੱਚ ਦੀ ਖਾਤਰ ਭੈ ਨਾ ਖਾਣ ਵੇਲੇ ਸ਼ਸਤਰ ਤੱਕ ਨੌਬਤ ਜੇ ਆ ਪਵੇ ਤਾਂ ਅਬੇ ਬੰਦਾ ਨਿਰਭੈ ਹਾਲ ਵਿੱਚ ਵਰਤ ਰਿਹਾ ਹੋਵੇ। ਕਮਜ਼ੋਰੀ ਕਾਇਰਤਾ ਰਸਤਾ ਨਾ ਰੋਕਣ, ਨਾ ਜ਼ੁਲਮ ਧੱਕਾ ਰਾਹ ਮਾਰਨ। ਸੱਚ ਰਹੇ ਸੱਚਾ ਰਹੇ। ਇਸ ਕਾਰਜ ਲਈ ਤਪਸਵੀ ਜੀ ਨੇ ਜਾਣਾ। ਜੋ ਰੱਬੀ ਰੋਂ ਗੁਰੂ ਨਾਨਕ ਜੀ ਨੇ ਹੁਕਮ ਵਿੱਚ ਚਲਾਈ ਹੈ ਸੋ ਕਮਾਲ ਹੈ, ਪਰ ਉਸ ਉੱਤੇ ਮੂਰਖ ਵਾਰ ਕਰ ਰਿਹਾ ਹੈ। ਉਹਦੀ ਰੱਖਿਆ ਤੇ ਪ੍ਰਚਾਰ ਲਈ ਇਹਨਾਂ ਨੇ ਜਾਣਾ ਹੈ ਤੇ ਗੁਰੂ ਨਾਨਕ ਵਾਲਾ ਕੰਮ ਸਾਰਾ ਉਵੇਂ ਹੀ ਕਰਨਾ ਹੈ। ਸੋ ਮੇਰਾ ਤਾਂ ਉਸ ਵੇਲੇ ਦਾ ਭੈ ਤੇ ਸਤਿਕਾਰ ਨਾਲ ਮਨ ਭਰ ਰਿਹਾ ਹੈ। ਸੱਚਮੁੱਚ ਜਗਤ ਤਰੈ ਕਾਲ ਮਿਥਿਆ ਹੈ, ਪਰ ਜੇ ਵਰਤੋਂ ਵਿੱਚ ਵਰਤਦਿਆਂ ਦੁੱਖ ਸੁੱਖ ਪਾਉਂਦਿਆਂ ਅੰਦਰਲਾ ਅਤੀਤ ਰਹੇ ਤਾਂ ਹੀ ਇਹ ਨਿਸ਼ਚਾ ਸਫਲ ਹੈ। ਹੁਣ ਸਾਰਿਆਂ ਨੇ ਆਖਿਆ, ਹੇ ਤਪਸਵੀ ਜੀ ਆਪ ਜਾਓ। ਆਪ ਮਹਾਬਲੀ ਪਰ ਵੈ ਤ੍ਰਿਸ਼ਨਾ ਤੋਂ ਬਿਨਾਂ ਅਨੁਰਾਗ ਤੇ ਅਵਧੂਤ ਰੂਪ ਰਸਾਲ ਤੇ ਫਿਰ ਰਸ ਸੁਤੰਤਰ ਹੋ। ਆਪ ਚੱਲੋ ਤੇ ਕਿਰਪਾ ਕਰਕੇ ਸਾਨੂੰ ਵੀ ਨਾਲ ਹੀ ਲੈ ਚੱਲੋ। ਅਸਾਂ ਜਿਵੇਂ ਇਕਾਂਤ ਤੇ ਬਰਫਾਂ ਵਿੱਚ ਆਪ ਦੇ ਨਾਲ ਸੁਤੰਤਰ ਮੌਜ ਮਾਣੀ ਹੈ, ਹੁਣ ਜਗਤ ਜਾਲ ਵਿੱਚ ਆਪ ਦੇ ਨਾਲ ਵਿਚਰਾਂਗੇ ਤੇ ਆਪ ਦੇ ਯਥਾ ਸ਼ਕਤ ਹੱਥ ਵਟਾਵਾਂਗੇ। ਇਕੱਲੇ ਇੱਥੇ ਹੁਣ ਅਸੀਂ ਕੀ ਕਰਾਂਗੇ? ਇਸ ਪਰ ਬਖਸ਼ੇ ਤਪਸਵੀ ਜੀ ਬੋਲੇ, ਸ਼ੁਕਰ ਹੈ ਕਿ ਆਪ ਸਾਹਿਬਾਂ ਦੇ ਸੰਸੇ ਨਵਿਰਤ ਹੋਏ। ਸ਼ੁਕਰ ਹੈ ਕਿ ਆਪ ਮੇਰੇ ਨਾਲ ਰਲੋਗੇ। ਮੇਰੇ ਲਈ ਅਨੰਤ ਵਾਹਿਗੁਰੂ ਦੀ ਹੋਂਦ ਇੱਕ ਸਾਮਰਥਕ ਬਾਤ ਹੈ। ਇਸ ਕੇਂਦਰ ਤੇ ਵਸ ਰਿਹਾ ਹੈ। ਮੈਂ ਸਦਾ ਸੁਖੀ ਹਾਂ। ਆਓ ਆਪ ਵੀ ਸਾਰੇ ਇਸੇ ਧਰਵੇ ਤੇ ਟੇਕ ਲੈ ਕੇ ਚਲੋ ਤੇ ਅਸੀਂ ਸਾਰੇ ਉਹਦਾ ਮਹਾਨ ਕਾਰਜ ਕਰੀਏ। ਬ੍ਰਹਮ ਰਿਖੀ ਜੀ ਆਪ ਹੁਣ ਇੱਥੋਂ ਜਗਤ ਨੂੰ ਚਲੋਗੇ? ਬ੍ਰਹਮ ਤਪਸਵੀ ਜੀ ਕਹਿੰਦੇ, ਨਹੀਂ ਜੀ, ਪਹਿਲਾਂ ਸੱਚਖੰਡ ਜਾਸਾਂ, ਉੱਥੋਂ ਪਿਤਾ ਤੋਂ ਜੀਓ ਉਸ ਅਨੰਤ ਤੇ ਅਨਾਦ ਤੋਂ ਉਹਦੇ ਹੁਕਮ ਦੁਆਰਾ ਜੋ ਕੁਝ ਪ੍ਰਾਪਤ ਹੋਵੇਗਾ ਲੜ ਬੰਨ ਕੇ ਤੁਰਾਂਗਾ। ਮੈਂ ਸੁਰਤ ਨੂੰ ਉਸ ਇੱਕੇ ਦੇ ਚਰਨਾਂ ਨਾਲ ਬੰਨ ਕੇ ਤੁਰਨਾ ਹੈ। ਜਗਤ ਵਿੱਚ ਮਾਇਆ ਪ੍ਰਬਲ ਹੈ, ਲੋਭ ਲਹਿਰ ਨਿੱਜਰ ਵੱਜ ਰਹੀ ਹੈ ਤੇ ਸਰੀਰ ਗਰਕ ਰਹੇ ਹਨ। ਮੈਂ ਸੰਸਾਰ ਸਮੁੰਦਰ ਵਿੱਚ ਸੁਰਤ ਉੱਚੀ ਤੇ ਸਾਈਂ ਚਰਨਾਂ ਵਿੱਚ ਰੁੱਝੀ ਰੱਖ ਕੇ ਉਹਦੀ ਪ੍ਰੇਮ ਖਿੱਚ ਵਿੱਚ ਆਪ ਰਹਿ ਕੇ ਕੰਮ ਕਰਨਾ ਹੈ। ਇਹ ਬਖਸ਼ਿਸ਼ ਹੋ ਗਈ ਹੈ, ਪਰ ਸੱਚਖੰਡ ਰਹਿ ਕੇ ਮਾਤ ਲੋਕ ਜਾਣਾ। ਇਹ ਆਗਿਆ ਹੈ ਦਾਤਾ ਜੀਓ ਦੀ। ਸੋ ਮੈਂ ਅੱਜ ਜਾਵਾਂਗਾ ਤੇ ਆਪ ਨੇ ਹੁਣ ਅੱਜ ਤੋਂ ਹਰੀ ਕੀਰਤ ਬਿਨਾਂ ਹੋਰ ਤਪ ਨਹੀਂ ਕਰਨਾ। ਵਾਪਸ ਆਉਂਦੇ ਹੋਏ ਤੁਸਾਂ ਨੂੰ ਮੈਂ ਨਾਲ ਲੈ ਕੇ ਮਾਤ ਲੋਕ ਨੂੰ ਚੱਲਸਾਂ। ਗੱਲ ਕੀ ਸਾਰਿਆਂ ਵਿੱਚ ਹਰੀ ਜਸ ਭਰ ਗਿਆ। ਕੀਰਤਨ ਦਾ ਰਸਦਾਇਕ ਤਪ ਆ ਗਿਆ। ਸਿਫਤ ਸਲਾਹ ਵਿੱਚ ਭਰ ਕੇ ਸਭ ਨੇ ਤਪਸਵੀ ਜੀ ਨੂੰ ਮਾਨੋ ਹੇਮਕੁੰਟ ਤੋਂ ਸੱਚਖੰਡ ਵੱਲ ਤੋਰਿਆ।